ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸ਼੍ਰੀ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦਿ ਧਿਆਵੋ, ਹਿਰਦਿ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦਿ ਸਚਿ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਦੋਹਰਾ ਏਕੋ ਰੂਪ ਸੋ ਦਸਮ ਗੁਰ, ਪਾਰ ਬ੍ਰਹਮ ਆਨੰਦ। ਪਰ ਅਰਬਿੰਦ ਮੁਕੰਦ ਬਰ, ਬੰਦੋ ਦੁਐ ਕਰ ਬੰਦ। ਏਕੋ ਰੂਪ ਸੋ ਦਸਮ ਗੁਰ। ਸਤਿਗੁਰੂ ਗਰੀਬ ਨਿਵਾਜ
ਹਲਤ ਪਲਤ ਕੀ ਰਖਿਓ ਕੋ, ਧਰਤੀ ਨੂੰ ਧੀਰਜ ਬਖਸ਼ਣਹਾਰ। ਰਾਜਾਨ ਰਾਜ ਪਾਨਾਨ ਪਾਨ, ਦੀਵਾਨ ਦੇਵ ਉਪਮਾ ਮਹਾਨ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਹਾਜ਼ਰਾ ਹਜੂਰ ਗੁਰਤਾ ਗੱਦੀ ਤੇ ਸੁਭਾਏਮਾਨ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦੇ ਸਦਕਾ ਮਹਾਂਪੁਰਖਾਂ ਦੇ ਅਸਥਾਨ ਦੇ ਉੱਤੇ ਸੰਧਿਆ ਦੇ ਵੇਲੇ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਪ੍ਰਾਰੰਭ ਹੋਈ ਹੈ, ਉਸ ਦਾ ਸਮਾਂ ਆਨ ਕਰਕੇ ਪ੍ਰਾਪਤ ਹੋਇਆ ਹੈ। ਆਪ ਜੀ ਬੜੇ ਪ੍ਰੇਮ ਦੇ ਨਾਲ ਪਿਛਲੇ ਪ੍ਰਸੰਗਾਂ ਦੇ ਅੰਦਰ ਮਹਾਰਾਜ ਜੀ ਦੀ ਗੁਰੂ ਪ੍ਰਣਾਲੀ ਦਾ ਜੋ ਵਰਣਨ ਕਵੀ ਸੰਤੋਖ ਸਿੰਘ ਜੀ ਨੇ ਦੱਸਿਆ ਹੈ, ਬੜੇ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਸਨ। ਅੱਜ ਦੇ ਪ੍ਰਸੰਗ ਅੰਦਰ ਜਗਤ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕਰਤਾਰਪੁਰ ਸਾਹਿਬ ਵਿਖੇ ਸੱਚਖੰਡ ਚਾਲਾ ਮਾਰਨ ਦੀ ਤਿਆਰੀ ਕਰ ਚੁੱਕੇ ਹਨ। ਗੁਰਤਾ ਗੱਦੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦੇ ਦਿੱਤੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਚਖੰਡ ਚਾਲਾ ਮਾਰਨ ਮਗਰੋਂ ਸਤਿਗੁਰੂ ਜੀ ਦੇ ਹੁਕਮ ਦੇ ਸਦਕਾ ਕਿ ਪੁਰਖਾ ਤੂੰ ਇੱਥੇ ਕਰਤਾਰਪੁਰ ਨਹੀਂ ਰਹਿਣਾ, ਆਪਣੇ ਨਗਰ ਖਡੂਰ ਸਾਹਿਬ ਚਲੇ ਜਾਓ। ਤੋ ਇਸ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਆ ਗਏ ਹਨ। ਇਹ ਕਥਾ ਬੜੇ ਪ੍ਰੇਮ ਦੇ ਨਾਲ ਆਪ ਜੀ ਸਰਵਣ ਕਰ ਰਹੇ ਹੋ। ਜਿਵੇਂ ਹੁਣ ਕਵੀ ਭਾਈ ਕਵੀ ਸੰਤੋਖ ਸਿੰਘ ਜੀ ਬੜਾ ਆਨੰਦਮਈ ਇਤਿਹਾਸ ਰਚ ਰਹੇ ਹਨ। ਬੜੀ ਆਨੰਦ ਵਾਲੀ ਕਥਾ ਹੁਣ ਅੱਗੇ ਪ੍ਰਾਰੰਭ ਹੋ ਰਹੀ ਹੈ। ਕਿਵੇਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਰੂਪੀ ਰਥ ਦੇ ਉੱਤੇ ਤਖਤ ਦੇ ਉੱਤੇ ਸੁਭਾਏਮਾਨ ਹੋ ਕੇ ਸਿੱਖਾਂ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ਣਗੇ। ਕੁੱਲ ਲੁਕਾਈ ਦਾ ਗਰੀਬ ਨਵਾਜ ਜੀ ਉਧਾਰ ਕਰਨਗੇ। ਇਹ ਸਾਰੇ ਕੌਤਕ ਬੜੇ ਪ੍ਰੇਮ ਦੇ ਨਾਲ ਸਰਵਣ ਕਰਨ ਵਾਲੇ ਹਨ। ਤੋ ਜਿਵੇਂ ਹੁਣ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਬੜੇ ਪ੍ਰੇਮ ਦੇ ਨਾਲ ਆ ਰਹੀ ਕਥਾ ਨੂੰ ਮਨ ਚਿਤ ਬਿਰਤੀਆਂ ਕਾਗਰ ਕਰਕੇ ਸਰਵਣ ਕਰੋ ਜੀ। ਦੋਹਰਾ ਏਕੋ ਰੂਪ ਸੋ ਦਸਮ ਗੁਰ। ਕਵੀ ਭਾਈ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ,
ਕਿ ਦਸੇ ਗੁਰੂ ਇੱਕੋ ਹੀ ਸਰੂਪ ਹਨ। ਸਾਰਿਆਂ ਦੇ ਵਿੱਚ ਇੱਕ ਹੀ ਜਿਹੜੀ ਜੋਤ ਹੈ ਉਹ ਵਰਤ ਰਹੀ ਹੈ। ਪਾਰ ਬ੍ਰਹਮ ਆਨੰਦ, ਜੋ ਪਾਰ ਬ੍ਰਹਮ ਪ੍ਰਕਿਰਤੀ ਤੋਂ ਪਰੇ ਹਨ, ਗਰੀਬ ਨਵਾਜ। ਐਸੇ ਸਤਿਗੁਰੂ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਜੋ ਗਰੀਬ ਨਵਾਜ ਜੀ ਆਨੰਦ ਨੂੰ ਦੇਣ ਵਾਲੇ ਹਨ, ਪਾਰ ਬ੍ਰਹਮ ਪ੍ਰਕਿਰਤੀ ਤੋਂ ਪਰੇ ਹਨ ਦਸੇ ਗੁਰੂ। ਪਦ ਅਰਬਿੰਦ ਮੁਕੰਦ ਬਰ, ਜੋ ਜਿਨ੍ਹਾਂ ਦਸਾਂ ਗੁਰੂਆਂ ਦੇ ਪਾਦ ਕਹੀਏ, ਜੋ ਚਰਨ ਹਨ ਅਰਬਿੰਦ ਕਮਲ ਸਰੀਖੇ, ਮੁਕੰਦ ਬਰ ਜੋ ਮੁਕਤੀ ਨੂੰ ਬਰ ਭਾਵ ਸ੍ਰੇਸ਼ਟ ਮੁਕਤੀ ਨੂੰ ਦੇਣ ਵਾਲੇ ਹਨ। ਬੰਦੋ ਦੁਐ ਕਰ ਬੰਦ, ਕਵੀ ਸੰਤੋਖ ਸਿੰਘ ਜੀ ਆਖ ਰਹੇ ਹਨ ਕਿ ਦੋਵੇਂ ਘਰ ਹੱਥ ਜੋੜ ਕਰਕੇ ਅਸੀਂ ਐਸੇ ਗੁਰਾਂ ਨੂੰ ਨਮਸਕਾਰ ਕਰਦੇ ਹਾਂ। ਸਵਈਆ ਸ੍ਰੀ ਗੁਰੂ ਨਾਨਕ ਪੂਰਨ ਤੇ, ਸ਼੍ਰੋਮਣੀ ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰਨ ਸਤਿਗੁਰਾਂ ਤੋਂ। ਗੁਰਤਾ ਗੁਰ ਅੰਗਦ ਨੇ ਜਬ ਪਾਈ, ਜਦੋਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪ੍ਰਾਪਤ ਕਰ ਲਈ, ਧਿਆਨ ਹਿਰਦੈ ਗੁਰ ਮੂਰਤ ਕੋ, ਉਸੇ ਵੇਲੇ ਤੋਂ ਹਿਰਦੇ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਿਰਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੂਰਤ ਭਾਵ ਸਰੂਪ ਦਾ ਜਿਹੜਾ ਧਿਆਨ ਹੈ, ਠਹਿਰਾਏ ਲਿਓ ਜਬ ਦੀਨ ਬਿਦਾਈ। ਉਸੇ ਵੇਲੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਜਿਹੜਾ ਆਪਣੇ ਹਿਰਦੇ ਵਿੱਚ ਠਹਿਰਾਏ ਭਾਵ ਟਿਕਾ ਲਿਆ। ਜਦੋਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਬੇਬਸ ਹੋਇ ਵਿਚਰਿਓ ਗੁਰ ਤੇ, ਪਰ ਬੇਬਸ ਹੋ ਕੇ ਬਸ ਤੋਂ ਰਹਿਤ ਹੋ ਕਰਕੇ ਵਿਚ ਰਹੇ ਹਨ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵਿਛੜ ਕਰਕੇ। ਅਸ਼ਟਾਂਗ ਕਰੀ ਮੁਖ ਕੋ ਰਜ ਲਾਈ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਇਹ ਕਹਿ ਦਿੱਤਾ ਕਿ ਪੁਰਖਾ ਤੁਸੀਂ ਖਡੂਰ ਸਾਹਿਬ ਚਲੇ ਜਾਓ, ਉਦੋਂ ਬਸ ਤੋਂ ਰਹਿਤ ਹੋ ਕਰਕੇ ਵਿਛੜੇ ਨੇ। ਵਿਛੜਨ ਦਾ ਵਿਛੋੜੇ ਦਾ ਦਰਦ ਬੜਾ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਸਿਰ ਮੱਥੇ ਮੰਨ ਕਰਕੇ ਅਸ਼ਟਾਂਗ ਕਹੀਏ 8 ਅੰਗਾਂ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੇ ਸਰੂਪ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ। 8 ਅੰਗ ਕਿਹੜੇ ਬਣਦੇ ਆ? ਇੱਕ ਮੱਥਾ, ਇੱਕ ਨੱਕ, 2 ਬਾਹਾਂ, 2 ਗੋਡੇ, ਇਸੇ ਪ੍ਰਕਾਰ 2 ਪੈਰ, ਜਾਂ ਕਈ 2 ਕੂਹਣੀਆਂ ਵੀ ਲਾ ਲੈਂਦੇ ਐ। ਇਦਾਂ ਕਰਕੇ 8 ਅੰਗ ਬਣਦੇ ਆ। ਅਸ਼ਟਾਂਗ ਭਾਵ ਆਸ਼ ਮੈਨੇ 8 ਤੇ ਅੰਗ, ਅਸ਼ਟਾਂਗ ਟਾਂਗ ਮੈਨੇ ਭਾਵ ਅੰਗ। 8 ਅੰਗਾਂ ਨੂੰ ਲਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਦੰਡਵਤ ਜਿਹੜੀ ਨਮਸਕਾਰ ਕੀਤੀ ਹੈ, ਡੰਡੇ ਦੇ ਨਿਆਈ ਲੰਮੇ ਪੈ ਕਰਕੇ। ਜਿਵੇਂ ਡੰਡਾ ਸਿੱਧਾ ਧਰਤੀ ਦੇ ਉੱਤੇ ਰੱਖ ਦਈਏ ਤੇ ਇਦਾਂ ਡੰਡੇ ਵਾਂਗ ਲੰਮੇ ਪੈ ਕਰਕੇ ਨਮਸਕਾਰ ਕੀਤੀ ਹੈ। ਤੇ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਹੈ, ਉਹ ਆਪਣੇ ਮਸਤਕ ਨੂੰ ਚੁੱਕ ਕਰਕੇ ਲਾਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਅਸਲ ਦੇ ਵਿੱਚ ਸਾਧ ਸੰਗਤ ਜੀ, ਗੁਰੂ ਨੂੰ ਨਮਸਕਾਰ ਕਰਨ ਦਾ, ਪ੍ਰਣਾਮ ਕਰਨ ਦਾ ਅਸਲ ਦੇ ਵਿੱਚ ਇਹ ਤਰੀਕਾ ਹੈ ਕਿ ਡੰਡੇ ਵੱਤ ਲੰਮੇ ਪੈ ਕਰਕੇ ਨਮਸਕਾਰ ਕਰਨ। ਇਹ ਸ਼ਰਧਾ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਇਤਿਹਾਸ ਦੇ ਵਿੱਚੋਂ ਜਿਹੜੇ ਐਸੇ ਬਚਨ ਸਾਨੂੰ ਸਰਵਣ ਕਰਨ ਵਾਸਤੇ ਮਿਲਦੇ ਹਨ। ਡੰਡੇ ਵੱਤ ਲੰਮੇ ਪੈ ਕਰਕੇ ਨਮਸਕਾਰ ਕਰਨ ਦਾ ਮਤਲਬ ਕੀ ਹੈ ਕਿ ਆਪਣਾ ਸਾਰਾ ਕੁਝ ਮਾਣ ਹੰਕਾਰ ਛੱਡ ਕਰਕੇ ਗੁਰੂ ਦੇ ਅੱਗੇ ਜਿਹੜਾ ਸਾਰਾ ਕੁਝ ਹੀ ਆਪਣਾ ਆਪ ਵੀ ਜਿਹੜਾ ਭੇਟਾ ਕਰ ਦੇਣਾ।
ਆਪਾਂ ਕਈ ਵਾਰਾਂ ਵੇਖਦੇ ਆਂ ਕਿ ਜਦੋਂ ਕੋਈ ਵੱਡਾ ਬੰਦਾ ਤੁਰਿਆ ਜਾਂਦਾ ਨਾ, ਛੋਟੇ ਬੰਦੇ ਨੇ ਉਸਦੇ ਕੋਲੋਂ ਕੋਈ ਚੀਜ਼ ਲੈਣੀ ਹੋਵੇ ਜਾਂ ਕੋਈ ਕੰਮ ਕਰਾਉਣਾ ਹੋਵੇ ਤਾਂ ਬੜਾ ਝੁਕ ਝੁਕ ਕਰਕੇ ਉਹਨੂੰ ਨਮਸਕਾਰਾਂ ਕਰਦਾ ਹੈ। ਪਰ ਜੇ ਬੜਾ ਬੰਦਾ ਫਿਰ ਵੀ ਉਹਦਾ ਕੰਮ ਨਾ ਕਰੇ, ਫਿਰ ਉਹ ਧਰਤੀ ਦੇ ਉੱਤੇ ਲੰਮਾ ਪੈ ਕਰਕੇ ਨਮਸਕਾਰ ਕਰਦਾ, ਕਹਿੰਦਾ ਮਹਾਰਾਜ ਜੀ ਮੇਰਾ ਕੰਮ ਸੰਪੂਰਨ ਕਰ ਦਿਓ। ਭਾਵ ਆਪਣੀ ਲਾਜ ਛੱਡ ਕਰਕੇ, ਆਪਣਾ ਹੰਕਾਰ, ਆਪਣਾ ਮਾਣ ਤਿਆਗ ਕਰਕੇ ਇਹ ਉਸ ਵੱਡੇ ਬੰਦੇ ਨੂੰ ਜਤਾਉਂਦਾ ਹੈ, ਛੋਟਾ ਬੰਦਾ, ਕਿ ਮਹਾਰਾਜ ਹੁਣ ਕਿਰਪਾ ਕਰੋ, ਹੁਣ ਤਾਂ ਮੈਂ ਤੁਹਾਡੇ ਚਰਨੀ ਲੰਮਾ ਪੈ ਕਰਕੇ ਨਮਸਕਾਰਾਂ ਕਰ ਰਿਹਾ ਹਾਂ। ਇਹ ਸਾਧ ਸੰਗਤ ਜੀ ਗੁਰੂ ਦੇ ਅੱਗੇ ਨਮਸਕਾਰ ਕਰਨ ਦਾ ਤਰੀਕਾ ਹੈ। ਆਪਾਂ ਬੜੇ ਸ਼ਰਧਾ ਵਾਲੇ ਸਿੱਖਾਂ ਨੂੰ ਵੀ ਵੇਖਦੇ ਹਾਂ ਜਿਹੜੇ ਬਹੁਤੀ ਭਾਵਨਾ ਰੱਖਦੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ, ਉਹ ਬੜੇ ਪ੍ਰੇਮ ਦੇ ਨਾਲ 8 ਅੰਗ ਲਾ ਕਰਕੇ ਨਿਮਰਤਾ ਦੇ ਸਹਿਤ ਸਾਰਾ ਕੁਝ ਮਹਾਰਾਜ ਨੂੰ ਭੇਟਾ ਕਰਕੇ ਫਿਰ ਨਮਸਕਾਰ ਕਰਦੇ ਆ, ਨੱਕ ਧਰਤੀ ਦੇ ਉੱਤੇ ਰਗੜਦੇ ਆ ਕਿ ਮਹਾਰਾਜ ਕਿਰਪਾ ਕਰੋ, ਅਸੀਂ ਹੁਣ ਤੁਹਾਡੇ ਆ, ਤੁਹਾਡੇ ਦਰ ਤੋਂ ਬਗੈਰ ਹੋਰ ਸਾਨੂੰ ਦਰ ਕੋਈ ਨਹੀਂ। ਉਹ ਇਸ ਪ੍ਰਕਾਰ ਬੇਨਤੀਆਂ ਕਰਦੇ ਆ, ਜਿਹ ਦਰ ਆਵਤ ਜਾਤੇ ਹੋ ਹਟ ਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਇਹ ਸਾਧ ਸੰਗਤ ਜੀ ਮਹਾਰਾਜ ਨੂੰ ਨਮਸਕਾਰ ਕਰਨ ਦਾ ਤਰੀਕਾ ਹੈ। ਫਿਰ ਦੂਸਰਾ ਤਰੀਕਾ ਜੋ ਵੀਰ ਆਸਨ ਲਾ ਕਰਕੇ ਨਮਸਕਾਰ ਸਤਿਗੁਰੂ ਜੀ ਨੂੰ ਕਰਨੀ ਹੈ। ਜਦੋਂ ਸਿੰਘਾਂ ਨੇ ਸ਼ਸਤਰ ਬਸਤਰ ਸਜਾਏ ਹੁੰਦੇ ਨੇ, ਪੂਰੇ ਤਿਆਰ ਬਰ ਤਿਆਰ ਹੁੰਦੇ ਐ, ਉਦੋਂ ਫਿਰ ਸਾਡੇ ਖੱਬੀ ਢਾਕ ਦੇ ਉੱਤੇ ਸ਼ਸਤਰ ਜਿਹੜੇ ਲਟਕਦੇ ਹੁੰਦੇ ਐ, ਉਹ ਇਸ ਕਰਕੇ ਜਿਹੜਾ ਵੀਰ ਆਸਣ ਲਾ ਕਰਕੇ, ਭਾਵ ਖੱਬਾ ਗੋਡਾ ਖੜਾ ਕਰਕੇ ਤੇ ਸੱਜਾ ਥੱਲੇ ਲਾ ਕਰਕੇ ਫਿਰ ਨਮਸਕਾਰ ਕਰਦੇ ਐ, ਉਹ ਤਾਂ ਕਰਦੇ ਵੀ ਜਿਹੜੇ ਪਾਏ ਹੋਏ ਸ਼ਸਤਰ ਇਹ ਕਿਤੇ ਥੱਲੇ ਧਰਤੀ ਨੂੰ ਨਾ ਲੱਗਣ, ਇਹਨਾਂ ਦੀ ਬੇਅਦਬੀ ਨਾ ਹੋਵੇ। ਇਸ ਕਰਕੇ ਉਹ ਇਸ ਪ੍ਰਕਾਰ ਖੱਬਾ ਗੋਡਾ ਖੜਾ ਕਰਕੇ ਤੇ ਸੱਜਾ ਥੱਲੇ ਲਾ ਕਰਕੇ ਫਿਰ ਮਹਾਰਾਜ ਨੂੰ ਨਮਸਕਾਰ ਕਰਦੇ ਆ। ਇਸ ਪ੍ਰਕਾਰ ਨਮਸਕਾਰ ਕਰਨ ਦਾ ਤਰੀਕਾ ਜਿਹੜਾ ਦਸਮ ਪਾਤਸ਼ਾਹ ਜੀ ਦੇ ਵੇਲੇ ਚੱਲਿਆ, ਜਦੋਂ ਸਿੰਘ ਬਹੁਤੇ ਸ਼ਾਸਤਰ ਸਜਾ ਕੇ ਮਹਾਰਾਜ ਦੀ ਹਜ਼ੂਰੀ ਆਉਂਦੇ, ਉਦੋਂ ਫਿਰ ਇਵੇਂ ਨਮਸਕਾਰ ਕਰਿਆ ਕਰਦੇ ਮਹਾਰਾਜ ਨੂੰ। ਤੋ ਸਾਧ ਸੰਗਤ ਜੀ ਇਸ ਪ੍ਰਕਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤਰੀਕਾ ਦੱਸਿਆ ਨਮਸਕਾਰ ਕਰਨ ਦਾ। 8 ਅੰਗ ਥੱਲੇ ਲਾ ਕਰਕੇ ਬੜੀ ਨਿਮਰਤਾ ਦੇ ਨਾਲ, ਸਾਨੂੰ ਤਾਂ ਅੱਜ ਲਾਜ ਆਉਂਦੀ ਹੈ ਨਾ ਮਹਾਰਾਜ ਨੂੰ ਨਮਸਕਾਰ ਕਰਨ ਲੱਗਿਆ, ਮੱਥਾ ਵੀ ਥੱਲੇ ਨਹੀਂ ਲਾਉਂਦੇ, ਕਹਿੰਦੇ ਪੱਗ ਦੀ ਜਿਹੜੀ ਨੋਕ ਹੈ ਨਾ ਉਹ ਨਾ ਕਿਤੇ ਵਿੰਗੀ ਹੋ ਜੇ, ਜਾਂ ਸਾਡੇ ਮੱਥੇ ਨੂੰ ਕੋਈ ਥੱਲਿਓਂ ਧੂੜ ਨਾ ਲੱਗ ਜਾਵੇ, ਜੋ ਅਸੀਂ ਮੱਥੇ ਤੇ ਸਜਾਇਆ ਦਸਤਾਰ ਜਾਂ ਕੱਪੜਾ ਉਹ ਕਿਤੇ ਗੰਦਾ ਨਾ ਹੋ ਜਾਵੇ। ਸਾਧ ਸੰਗਤ ਜੀ ਸੁਚਮ ਰੱਖਣਾ ਬੜੀ ਅਤੀ ਜ਼ਰੂਰੀ ਉੱਤਮ ਗੱਲ ਹੈ। ਸੁਚਮ ਰੱਖਣੀ ਵੀ ਚਾਹੀਦੀ ਹੈ। ਇਸ ਕਰਕੇ ਜਿੱਥੇ ਕੋਈ ਜਗ੍ਹਾ ਸੁੱਚੀ ਹੋਵੇ ਉੱਥੇ ਇਵੇਂ ਮੱਥਾ ਟੇਕ ਲੈਣਾ ਚਾਹੀਦਾ, ਪਰ ਜਿਹੜੇ ਵਸਤਰ ਹੈ ਉਹ ਨਹੀਂ ਝੂਠੇ ਕਰਨੇ ਚਾਹੀਦੇ। ਵੇ ਹਰ ਜਗ੍ਹਾ ਹੀ ਨਹੀਂ, ਜਿੱਥੇ ਕੋਈ ਜਗ੍ਹਾ ਸਾਫ਼ ਸੁਥਰੀ ਹੋਵੇ ਉੱਥੇ ਸਿੰਘ ਹਜ਼ੂਰੀਆ ਥੱਲੇ ਲਾ ਕਰਕੇ ਫਿਰ ਆਪਣਾ ਮਸਤਕ ਥੱਲੇ ਲਾ ਕੇ ਮਹਾਰਾਜ ਨੂੰ ਮੱਥਾ ਟੇਕ ਲੈਂਦੇ। ਪਰ ਇਹ ਸ਼ਰਧਾ ਵਾਲਿਆਂ ਗੁਰਸਿੱਖਾਂ ਦੀਆਂ ਨਿਸ਼ਾਨੀਆਂ ਹਨ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਵੀ ਜੀ ਕਹਿੰਦੇ ਇਵੇਂ ਭਾਈ 8 ਅੰਗ ਲਾ ਕਰਕੇ ਨਮਸਕਾਰ ਕੀਤੀ ਤੇ ਨਾਲੀ ਜਿਹੜੀ ਧੂੜੀ ਹੈ ਮਹਾਰਾਜ ਦੇ ਚਰਨਾਂ ਦੀ ਆਪਣੇ ਮੱਥੇ ਨੂੰ ਲਾਈ। ਨੀਰ ਬਿਲੋਚਨ ਭੂਰ ਬਿਮੋਚਤ, ਪਰ ਨੀਰ ਭਾਵ ਪਾਣੀ ਜਿਹੜਾ ਅੱਖਾਂ ਦੇ ਵਿੱਚੋਂ ਬਿਮੋਚਤ ਛੁੱਟਦਾ ਹੈ, ਡਿੱਗਦਾ ਹੈ, ਭੂਰ ਬੋਤਾ ਏ। ਸੋਚਤ ਪ੍ਰੇਮ ਮਹਾ ਉਮਗਾਈ, ਪ੍ਰੇਮ ਦੇ ਵਿੱਚ ਸੋਚਦਿਆਂ ਹੋਇਆਂ ਜਿਹੜਾ ਪ੍ਰੇਮ ਹੈ ਨਾ ਬੋਤਾ ਹੀ ਅੰਦਰੋਂ ਉਤਸ਼ਾਹਤ ਕਰ ਰਿਹਾ ਹੈ। ਜੀਵ ਸ਼ਰੀਰ ਮਨੋ ਵਿਚਰਿਓ, ਮਨੋ ਕਹਿੰਦੇ ਮੰਨ ਲੋ,
ਜਿਵੇਂ ਜੀਵ ਆਤਮਾ ਹੀ ਸਰੀਰ ਦੇ ਨਾਲੋਂ ਵਿਛੜ ਗਈ ਹੋਵੇ। ਬਿਰਹਾ ਕੁਲ ਤੇ ਉਰ ਵਿਆਕੁਲ ਭਾਰੇ। ਬਿਰਹਾਕੁਲ ਭਾਵ ਵਿਛੋੜੇ ਤੋਂ ਬੜੇ ਜਾਦੇ ਗੁਰੂ ਅੰਗਦ ਦੇ ਮਹਾਰਾਜ ਜੀ ਬਹੁਤੇ ਜਾਦੇ ਵਿਆਕੁਲ ਹੋਏ, ਉਦਾਸਤਾਈ ਦੇ ਸਹਿਤ ਹੋਏ। ਬੋਲਬ ਨਾਹੇ ਬਨੈ ਗੁਰ ਅਗਰਜ। ਪਰ ਹਿਰਦੇ ਵਿੱਚ ਵਿਚਾਰ ਕਰਦੇ ਐ ਕਿ ਮਹਾਰਾਜ ਦੇ ਅਗਰਜ ਭਾਵ ਹੁਣ ਅੱਗੇ ਬੋਲਣਾ ਵੀ ਨਹੀਂ ਬਣਦਾ। ਸੰਕਟ ਤੂਚਨ ਠਾਨ ਸਹਾਰੇ। ਜਿਹੜਾ ਇਹ ਸੰਕਟ ਹੈ ਨਾ, ਦੁੱਖ ਹੈ, ਗੁਰੂ ਨਾਨਕ ਦੇ ਮਹਾਰਾਜ ਤੋਂ ਵਿਛੜਨ ਵਾਲਾ, ਇਹ ਚੁੱਪ ਕਰਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸਹਾਰ ਲਿਆ ਆਪਣੇ ਹਿਰਦੇ ਅੰਦਰ। ਆਇਸ ਮਾਨਬੋ ਧਰਮ ਧਰਿਓ ਤਜ ਨਾਹੇ। ਕਹਿੰਦੇ ਜਿਹੜਾ ਆਗਿਆ ਮੰਨਣ ਵਾਲਾ ਧਰਮ ਹੈ ਨਾ, ਉਹ ਧਾਰਨ ਕਰ ਲਿਆ ਹੈ। ਆਇਸ ਮਾਨਬੋ ਧਰਮ ਧਰਿਓ, ਆਗਿਆ ਮੰਨਣ ਵਾਲਾ ਧਰਮ ਜਿਹੜਾ ਉਹ ਧਾਰਨ ਕਰ ਲਿਆ ਗੁਰੂ ਅੰਗਦ ਦੇ ਮਹਾਰਾਜ ਜੀ ਨੇ। ਤਜ ਨਾਹੇ ਸਕੈ ਨਹਿ ਬਾਕ ਉਚਾਰੇ। ਨਾ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਮਹਾਰਾਜ ਨੂੰ ਛੱਡ ਸਕਦੇ ਐ, ਫਿਰ ਨਾ ਹੀ ਕੋਈ ਅੱਗੇ ਉਹਨਾਂ ਦੇ ਬਚਨ ਉਚਾਰਨ ਕੀਤੇ। ਹੋਏ ਵਿਦਾ ਤਤਕਾਲ ਚੱਲੇ। ਹੋ ਕਰਕੇ ਵਿਦਾ ਉਸ ਵੇਲੇ ਤਤਕਾਲ ਭਾਵ ਛੇਤੀ ਨਾਲ ਚੱਲ ਪਏ। ਨਿਜ ਗ੍ਰਾਮ ਖਡੂਰ ਕੇ ਪੰਥ ਪਧਾਰੇ। ਨਿਜ ਜੋ ਆਪਣਾ ਨਗਰ ਹੈ ਖਡੂਰ ਸਾਹਿਬ, ਉਸ ਦੇ ਰਸਤੇ ਦੇ ਉੱਤੇ ਚੱਲ ਪਏ। ਆਵਤ ਹੈ ਚਿਤ ਮੈਂ ਚਿਤਵੰਤਤ। ਹੈ ਨਾ, ਸਤਿਗੁਰੂ ਜੀ ਦਾ ਜਿਹੜਾ ਸੁਭਾਅ ਹੈ ਬੜਾ ਕਿਰਪਾ ਵਾਲਾ ਹੈ। ਐਸੀਆਂ ਵਿਚਾਰਾਂ ਹਿਰਦੇ ਵਿੱਚ ਕਰਦੇ ਆ ਰਹੇ ਹਨ। ਦੀਨ ਪੈ ਦਿਆਲ ਪਛਾਨਤ ਘਾਲ ਕੋ। ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ, ਕਾਲ ਸੇਵਾ ਨੂੰ ਪਛਾਣਨ ਵਾਲੇ। ਸੇਵਕ ਕੇ ਬਸ ਪ੍ਰੇਮ ਵਿਚਾਲਾ ਵਿਚਾਲ। ਜਿਹੜੇ ਸੇਵਕਾਂ ਦੇ ਬਸ ਹਨ ਤੇ ਬਹੁਤੇ ਪ੍ਰੇਮ ਦੇ ਵਿੱਚ ਰਹਿੰਦੇ ਹਨ। ਚਾਹਤ ਹੈ ਪ੍ਰਸਥਾਨ ਬੇਕੁੰਠ ਕੋ। ਗੁਰੂ ਅੰਗਦ ਦੇ ਮਹਾਰਾਜ ਜੀ ਵਿਚਾਰ ਕਰਦੇ ਆ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਚਾਹੁੰਦੇ ਆ ਸੱਚਖੰਡ ਨੂੰ ਜਾਣਾ। ਮੋਹੇ ਵਡਾਈ ਦੈ ਕੀਨ ਨਿਰਾਲਾ। ਤੇ ਮੈਨੂੰ ਗੁਰਤਾ ਗੱਦੀ ਦੀ ਵਡਿਆਈ ਦੇ ਕਰਕੇ ਆਪਣੇ ਨਾਲੋਂ ਵੱਖਰਾ ਕਰ ਦਿੱਤਾ ਹੈ। ਸੰਕਟ ਵਿਯੋਗ ਕੋ ਮੋਹੇ ਬੱਧਿਓ। ਇਹ ਜਿਹੜਾ ਵਿਯੋਗ ਵਿਛੋੜੇ ਵਾਲਾ ਦੁੱਖ ਹੈ ਨਾ, ਮੇਰੇ ਹਿਰਦੇ ਵਿੱਚ ਬੜਾ ਵੱਧ ਗਿਆ ਹੈ। ਬਸ ਨਾਹੇ ਚੱਲੈ ਤਿਨ ਕੇ ਬਚ ਨਾਲਾ। ਪਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਦੇ ਨਾਲ, ਉਹਨਾਂ ਦੇ ਬਚਨਾਂ ਅੱਗੇ ਬਸ ਵੀ ਕੋਈ ਨਹੀਂ ਚੱਲਦਾ। ਸ੍ਰੀ ਗੁਰੂ ਅੰਗਦ ਬੀਚ ਖਡੂਰ ਕੇ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਖਡੂਰ ਸਾਹਿਬ ਨਗਰ ਵਿੱਚ ਆਏ ਪ੍ਰਵੇਸ਼ ਭਏ ਨਿਜ ਥਾਈ। ਆ ਕਰਕੇ ਪ੍ਰਵੇਸ਼ ਹੋਏ ਆ ਆਪਣੀ ਜਗ੍ਹਾ ਦੇ ਉੱਤੇ, ਜਿੱਥੇ ਇਹਨਾਂ ਦਾ ਘਰ ਹੈ ਉੱਥੇ ਆ ਗਏ। ਮੌਨ ਧਰੇ ਨਹਿ ਕੌਣ ਮਿਲੇ। ਮੌਨ ਭਾਵ ਚੁੱਪ ਧਾਰਨ ਕੀਤੀ ਹੋਈ ਹੈ, ਨਾ ਹੀ ਕਿਸੇ ਨੂੰ ਮਿਲੇ ਹਨ। ਵਿੱਚ ਭੌਨ ਬਰੇ ਪਿਖ ਮਾਈ ਬਿਰਾਈ। ਵਿੱਚ ਭੌਣ ਘਰ ਦੇ ਵਿੱਚ ਆ ਕੇ ਵੜ ਗਏ ਹਨ। ਵੇਖਿਆ ਹੈ ਮਾਤਾ ਪਿਰਾਈ ਜੀ ਨੇ। ਬੂਝਤ ਸ੍ਰੀ ਗੁਰੂ ਨਾਨਕ ਕੀ ਸੁਧ। ਪੁੱਛਦੇ ਐ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਖਬਰਸਾਰ। ਕੌਣ ਸੇ ਥਾਨ ਤਜੇ ਸੁਖਦਾਈ। ਮਾਤਾ ਪਿਰਾਈ ਜੀ ਪੁੱਛਦੇ ਐ ਕਿ ਹੇ ਭਾਈ ਲਹਿਣਾ ਜੀ, ਗੁਰੂ ਅੰਗਦ ਦੇ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ।
ਪੁੱਛਦੇ ਐ ਕਿ ਗੁਰੂ ਨਾਨਕ ਦੇ ਮਹਾਰਾਜ ਨੂੰ ਤੁਸੀਂ ਕਿੱਥੇ ਛੱਡ ਆਏ ਹੋ, ਸੁੱਖਾਂ ਨੂੰ ਦੇਣ ਵਾਲੇ ਸਤਿਗੁਰਾਂ ਨੂੰ। ਕਯੋ ਤੁਮ ਕੋਠੜੀ ਆਨ ਤੇ ਤੇਰੇ, ਕਿਉਂ ਕਿਉਂ ਤੁਸੀਂ ਆ ਕੇ ਕੋਠੜੀ ਦੇ ਵਿੱਚ ਟਿਕ ਗਏ ਹੋ। ਮਨ ਭੰਗ ਹੈ ਮੁਖ ਨਾ ਤੇ ਬਿਕਸਾਈ। ਮਨ ਤੁਹਾਡਾ ਬੜਾ ਭੰਗ ਉਦਾਸ ਹੈ, ਤੇ ਮੁਖ ਵੀ ਜਿਹੜਾ ਖਿੜਿਆ ਹੋਈ ਨਹੀਂ ਹੈ। ਤੁਸ਼ਨ ਠਾਨ ਪਨਿਓ ਕੁਛ ਨਾਹਿਨ, ਚੁੱਪ ਕਰਕੇ ਹਨ ਗੁਰੂ ਅੰਗਦ ਦੇਵ ਮਹਾਰਾਜ ਜੀ, ਕੁਝ ਨਹੀਂ ਕਿਹਾ ਮਾਤਾ ਜੀ ਨੂੰ। ਆਨਨ ਦੀਰਘ ਸਵਾਸ ਭਰਿਓ, ਬਸ ਆਨਨ ਮੁਖ ਤੋਂ ਦੀਰਘ ਵੱਡੇ ਵੱਡੇ ਸਾਹ ਭਰਦੇ ਹਨ। ਲੋਚਨ ਨੀਰ ਬਿਮੋਚਤ ਸੋਚਤ, ਸੋਚਦਿਆਂ ਹੋਇਆਂ ਨੇਤਰਾਂ ਦੇ ਵਿੱਚੋਂ ਜਿਹੜਾ ਜਾਲੀ ਡਿੱਗੀ ਜਾ ਰਿਹਾ ਹੈ। ਲੋਚਤ ਹੈ ਚਿਤ ਮੇਲ ਕਰਿਓ, ਲੋਚਦੇ ਐ, ਇੱਛਾ ਕਰਦੇ ਐ ਚਿੱਤ ਦੇ ਵਿੱਚ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਮਿਲਾਪ ਕਰੀਏ। ਐਸ ਦਸ਼ਾ ਪਿਕ ਜਾਨੀ ਹਿਰਦੇ ਤਿਨ, ਐਸੀ ਦਸ਼ਾ ਵੇਖ ਕਰਕੇ ਨਾ ਹਾਲਤ ਵੇਖ ਕਰਕੇ ਮਾਤਾ ਭਰਾਈ ਜੀ ਨੇ ਜਾਣ ਲਿਆ। ਸ੍ਰੀ ਗੁਰ ਨਾ ਇਸ ਲੋਕ ਥਿਰਿਓ, ਮਾਤਾ ਜੀ ਨੇ ਜਾਣ ਲਿਆ ਕਿ ਲੱਗਦਾ ਸ਼੍ਰੋਮਣੀ ਗੁਰੂ ਨਾਨਕ ਦੇ ਮਹਾਰਾਜ ਇਸ ਲੋਕ ਦੇ ਵਿੱਚ ਨਹੀਂ ਰਹੇ। ਆਪਣੇ ਧਾਮ ਬੇਕੁੰਠ ਗਏ, ਲੱਗਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਸੱਚਖੰਡ ਘਰ ਵਿਖੇ ਚਲੇ ਗਏ। ਇਨ ਵਿਯੋਗ ਭਇਓ ਦੁਖ ਦੀ ਧਰਿਓ, ਤੇ ਇਹਨਾਂ ਨੂੰ ਵਿਛੋੜਾ ਪੈਣ ਕਰਕੇ ਇਹਨਾਂ ਨੇ ਬਹੁਤਾ ਦੁੱਖ ਧਾਰਨ ਕਰ ਲਿਆ ਹੈ। ਫੇਰ ਪਿਰਾਈ ਨੇ ਬੂਝਨ ਕੀਨ, ਫਿਰ ਮਾਤਾ ਭਰਾਈ ਜੀ ਨੇ ਪੁੱਛਣਾ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸ੍ਰੀ ਗੁਰ ਕੋ ਪਰਲੋਕ ਭਇਓ, ਕਿ ਹੇ ਭਾਈ ਲਹਿਣਾ ਜੀ, ਕਿ ਸ਼੍ਰੋਮਣੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸੱਚਖੰਡ ਜਾਣਾ ਹੋ ਗਿਆ ਹੈ। ਯੋ ਸੁਨ ਕੈ ਗੁਰ ਅੰਗਦ ਨੇ, ਐਵੇਂ ਸੁਣ ਕਰਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਤਬ ਤਾਹੀ ਕੇ ਸੰਗ ਬਖਾਨ ਕਯੋ, ਤਬ ਤਾਹੀ ਕੇ ਸੰਗ ਬਖਾਨ ਕਹਿਓ। ਤਦੋਂ ਮਾਤਾ ਭਰਾਈ ਜੀ ਦੇ ਨਾਲ ਕਹਿ ਕਰਕੇ ਦੱਸਿਆ, ਮੋਹਿ ਕਛ ਨਹਿ ਭਾਵਤ ਹੈ, ਕਹਿੰਦੇ ਹੇ ਮਾਤਾ ਜੀ ਸਾਨੂੰ ਕੁਝ ਚੰਗਾ ਨਹੀਂ ਲੱਗਦਾ ਹੁਣ। ਦਿਖਬੇ ਸੁਨਬੇ ਚਿਤ ਖੇਦ ਥਿਓ, ਜਿਹੜਾ ਦੇਖਣਾ ਤੇ ਸੁਣਨਾ ਹੈ ਨਾ, ਇਹ ਸਾਡੇ ਹਿਰਦੇ ਨੂੰ ਹੁਣ ਦੁੱਖ ਦਿੰਦਾ ਹੈ। ਅੰਤਰ ਹੋਏ ਇਕਾਂਤ ਨਿਰੰਤਰ, ਅਸੀਂ ਬਸ ਅੰਦਰ ਬੈਠ ਕਰਕੇ ਇਕੱਲੇ ਹੋ ਕਰਕੇ ਇੱਕ ਰਸ ਬੈਠਿਓ ਚਾਹੋ ਇਹੋ ਮੇਰੋ ਹਯੋ, ਸਾਡਾ ਹੀਓ ਜਿਹੜਾ ਹਿਰਦਾ ਹੈ ਨਾ, ਇਹੀ ਚਾਹੁੰਦਾ ਕਿ ਅੰਦਰ ਹੀ ਬੈਠੇ ਰਹੀਏ ਇਕੱਲੇ ਹੋ ਕਰਕੇ। ਜਿਉ ਬਿਸਫੋਟ ਪਕਿਓ ਦੁਖ ਦੇਤ ਹੈ, ਜਿਵੇਂ ਇੱਕ ਫੋੜਾ ਪੱਕਿਆ ਹੋਇਆ ਬੜਾ ਦੁੱਖ ਦਿੰਦਾ ਹੈ। ਚੋਟ ਲੱਗੇ ਪੁਨ ਹੋਇ ਅਧਿਕਾਈ, ਫੇਰ ਉਸ ਫੋੜੇ ਦੇ ਉੱਤੇ ਜੇ ਹੋਰ ਕੋਈ ਸੱਟ ਵੱਜੇ ਤਾਂ ਉਹ ਤੋਂ ਵੀ ਜ਼ਿਆਦਾ ਦੁੱਖ ਹੁੰਦਾ ਹੈ। ਕਿਉ ਵਿਵਹਾਰ ਬਿਲੋਕਨ ਬੋਲਨ, ਜਿਹੜਾ ਹੁਣ ਸਾਡਾ ਇਹ ਵਿਵਹਾਰ ਅਸੀਂ ਕਰਨਾ ਕਿਸੇ ਨਾਲ ਜਾਂ ਵੇਖਣਾ ਜਾਂ ਬੋਲਣਾ, ਸ਼ਰੋਨ ਸੁਨੈ ਮੁਝ ਹੋਇ ਬਿਕੁਲਾਈ, ਤੇ ਕੰਨਾਂ ਦੇ ਨਾਲ ਕੋਈ ਬਚਨ ਸਰਵਣ ਕਰਨੇ, ਇਹ ਸਾਨੂੰ ਬਹੁਤਾ ਹੀ ਦੁੱਖ ਦਿੰਦਾ ਹੈ। ਕੋਠੜੀ ਕੋ ਦਰ ਸੋ ਚਿਨ ਦੇਹੋ, ਗੁਰੂ ਅੰਗਦ ਦੇਵ ਮਹਾਰਾਜ ਜੀ ਮਾਤਾ ਭਰਾਈ ਜੀ ਨੂੰ ਕਹਿਣ ਲੱਗੇ ਕਿ ਮਾਤਾ ਜੀ ਜਿਹੜਾ ਕੋਠੜੀ ਦਾ ਦਰਵਾਜ਼ਾ ਨਾ, ਇਹ ਤੁਸੀਂ ਹੁਣ ਚਿਣ ਦਿਓ। ਕਹੋ ਕਿਸ ਪਾਸ ਨਾ ਕੈਸੇ ਬਤਾਈ, ਕਿਸੇ ਦੇ ਕੋਲ ਕੁਝ ਵੀ ਨਾ ਕਿਓ ਤੇ ਨਾ ਸਾਡੇ ਬਾਰੇ ਕੁਝ ਦੱਸਿਓ। ਮੋ ਪਰ ਯੋ ਉਪਕਾਰ ਕਰੋ, ਮੇਰੇ ਉੱਤੇ ਇਸ ਪ੍ਰਕਾਰ ਇਹ ਪਰਉਪਕਾਰ ਕਰ ਦਿਓ। ਵਿੱਚ ਬੈਠ ਰਹੋ ਜਿਮ ਹੋਇ ਨਾ ਲਖਾਈ, ਮੈਂ ਵਿੱਚ ਕੋਠੜੀ ਦੇ ਬੈਠਾ ਰਹਾ ਜਿਵੇਂ ਹਵੈ ਨਾ ਲਖਾਈ, ਤੇ ਕਿਸੇ ਨੂੰ ਇਸ ਗੱਲ ਦਾ ਪਤਾ ਹੀ ਨਾ ਲੱਗੇ। ਬੂਜਨ ਕੀਨ ਪਿਰਾਈ ਨੇ, ਮਾਤਾ ਭਰਾਈ ਜੀ ਨੇ ਫੇਰ ਪੁੱਛਣਾ ਕੀਤਾ, ਫੇਰ ਇਕਾਂਤ ਰਹੋ ਥਿਤ ਹੋਇ, ਕਹਿੰਦੇ
ਇਕੰਤ ਰਹੋ ਥਿਤ ਹੋਇ ਇਸ ਥਾਈ। ਤੁਸੀਂ ਇਸ ਜਗ੍ਹਾ ਦੇ ਉੱਤੇ ਇਕੱਲੇ ਹੋ ਕਰਕੇ ਕਿਉਂ ਰਹਿਣਾ ਚਾਹੁੰਦੇ ਹੋ? ਕਯੋ ਦਰ ਕੋ ਚਿਨਵਾਵਤ ਹੋ। ਕਿਉਂ ਭਾਵ ਕੱਕੇ ਸਿਹਾਰੀ ਊੜੇ ਔਂਕੜ ਉੱਤੇ ਬਿੰਦੀ। ਕਿਉਂ ਦਰ ਕੋ ਚਿਨਵਾਵਤ ਹੋ। ਜੇ ਤਾਂ ਕੱਕੇ ਬਿਹਾਰੀ ਹੋਵੇ ਫਿਰ ਪਾ ਜਈਆ ਪੂਰਾ ਹੋਵੇ, ਪੂਰੇ ਜਈਏ ਹੋੜਾ ਹੋਵੇ ਫਿਰ ਬਣਦਾ ਕੀਓ। ਤੇ ਹੁਣ ਪਾਠ ਬਣਦਾ ਹੈ ਕਿਉਂ ਕੱਕੇ ਸਿਹਾਰੀ ਊੜੇ ਔਂਕੜ ਉੱਤੇ ਬਿੰਦੀ। ਕਿਉਂ ਦਰ ਕੋ ਚਿਨਵਾਵਤ ਹੋ। ਤੁਸੀਂ ਕਿਉਂ ਦਰਵਾਜ਼ੇ ਨੂੰ ਚਿਨਵਾਉਣਾ ਚਾਹੁੰਦੇ ਹੋ? ਇਹ ਬਾਤ ਬਨੇ ਨਹਿ ਸੰਕਟ ਪਾਈ। ਇਹ ਜਿਹੜੀ ਗੱਲ ਨਾ ਬਣ ਨਹੀਂ ਆਉਂਦੀ, ਇਸ ਦਾ ਅਸੀਂ ਬੜਾ ਦੁੱਖ ਪਾਉਣਾ ਕਰਾਂਗੇ। ਸ਼੍ਰੋਣ ਸੁਨੇ ਤਿਸ ਤੇ ਕਿਉ ਤੁਸ਼ਨ। ਸ਼੍ਰੋਣ ਕੰਨਾਂ ਦੇ ਵਿੱਚ ਸੁਣ ਕਰਕੇ ਮਾਤਾ ਭਰਾਈ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੀ ਅਤੂਸ਼ਨ। ਕੱਕੇ ਬਿਹਾਰੀ ਤੇ ਐੜਾ ਮੁਕਤਾ, ਪੂਰੇ ਜਈਏ ਦਾ ਬਣ ਜਾਣਾ ਐੜਾ। ਕੀ ਅਤੂਸ਼ਨ, ਕੀ ਭਾਵ ਕਰ ਲਿਆ ਮਹਾਰਾਜ ਜੀ ਨੇ ਚੁੱਪ ਧਾਰਨ। ਫੇਰ ਨਹੀਂ ਕੁਛ ਬਾਨੀ ਅਲਾਈ। ਫੇਰ ਕੋਈ ਵੀ ਬਚਨ ਨਹੀਂ ਕਹੇ। ਬੈਠ ਰਹੇ ਜੁਗ ਲੋਚਨ ਮੂਦ। ਬੈਠੇ ਰਹੇ ਜੁਗ ਦੋਵੇਂ ਲੋਚਨ, ਅੱਖਾਂ ਦੀਆਂ ਪਲਕਾਂ ਜਿਹੜੀਆਂ ਬੰਦ ਕਰਕੇ। ਮਨ ਸ਼ਿਵ ਮੂਰਤ ਪਿਆਨ ਲਗਾਈ। ਮਨੋ ਮੰਨ ਲੈਣਾ ਕਰੋ ਜਿਵੇਂ ਸ਼ਿਵ ਜੀ ਦੀ ਮੂਰਤ ਸਰੂਪ ਨੇ ਹੀ ਧਿਆਨ ਲਗਾਇਆ ਹੋਵੇ। ਸ੍ਰੀ ਗੁਰ ਕੋ ਰੁਖ ਜਾਨ ਤਬੈ। ਸ਼੍ਰੋਮਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਐਸਾ ਰੁਖ ਸੁਭਾਅ ਜਾਣ ਕਰਕੇ ਉਸ ਵੇਲੇ ਦਰ ਕੋ ਚੀਨ ਕੀਨੋ ਹੈ ਬੰਦ ਮਾਤਾ ਭਰਾਈ ਜੀ ਨੇ ਦਰਵਾਜ਼ੇ ਨੂੰ ਚਿਣ ਕਰਕੇ ਬੰਦ ਕਰ ਦਿੱਤਾ। ਫੇਰ ਕਰਿਓ ਇੱਕ ਸਾਰ ਭਲੇ। ਫੇਰ ਚੰਗੇ ਤਰੀਕੇ ਦੇ ਨਾਲ ਜਿਹੜਾ ਦਰਵਾਜ਼ਾ ਨਾ ਇੱਕ ਸਾਰ ਦੋਵੇਂ ਕੰਧਾਂ ਦੇ ਨਾਲ ਮਿਲਾ ਦਿੱਤਾ, ਚਿਣ ਕਰਕੇ ਲੇਪ ਉੱਤੇ ਮਿੱਟੀ ਦਾ ਕਰ ਦਿੱਤਾ। ਬਹੁ ਪੰਕ ਲਗਾਏ ਕੈ ਕੀਨ ਲਿਪਾਈ। ਹਾਂਜੀ ਕਹਿੰਦੇ ਪੰਕ ਚਿੱਕੜ ਲਗਾ ਕਰਕੇ ਜਿਹੜੀ ਲਿਪਾਈ ਹੈ ਨਾ ਉੱਤੇ ਗਾਰੇ ਦੀ ਉਹ ਕਰ ਦਿੱਤੀ ਹੈ। ਕੋਈ ਨਾ ਜਾਣ ਸਕੈ ਦਰ ਕੋ। ਇਸ ਪ੍ਰਕਾਰ ਦਰਵਾਜ਼ਾ ਕਰ ਦਿੱਤਾ ਕਿ ਬਾਹਰੋਂ ਕੋਈ ਜਾਣ ਹੀ ਨਾ ਸਕੇ ਕਿ ਇਹ ਦਰਵਾਜ਼ਾ ਹੈ ਇਸ ਜਗ੍ਹਾ ਤੇ। ਇਸ ਭਾਂਤ ਕਿਓ ਜਿਮ ਸ੍ਰੀ ਗੁਰ ਭਾਈ। ਇਸ ਭਾਂਤ ਕੀਓ ਕੱਕੇ ਬਿਹਾਰੀ ਤੇ ਊੜੇ ਔਂਕੜ ਕੀਓ। ਇਸ ਪ੍ਰਕਾਰ ਕੀਓ ਭਾਵ ਕਰ ਦਿੱਤਾ ਦਰਵਾਜ਼ਾ ਜਿਵੇਂ ਜਿਸ ਪ੍ਰਕਾਰ ਸ੍ਰੀ ਗੁਰ ਭਾਈ। ਸ਼੍ਰੋਮਣੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੱਲ ਚੰਗੀ ਲੱਗੀ। ਬੀਤ ਗਏ ਇਸ ਰੀਤ 6 ਮਾਸ। 6 ਮਾਸ 6 ਮਹੀਨੇ ਇਸ ਪ੍ਰਕਾਰ ਬਤੀਤ ਹੋ ਗਏ ਇਸ ਤਰੀਕੇ ਨਾਲ। ਅਲੋਪ ਭਏ ਨਹਿ ਕਾਹੂ ਲਖਾਈ। ਇਸ ਪ੍ਰਕਾਰ ਮਹਾਰਾਜ ਜੀ ਅਲੋਪ ਹੋ ਗਏ, ਗੁਪਤ ਹੋ ਗਏ, ਕਿਸੇ ਨੂੰ ਇਹ ਗੱਲ ਪਤਾ ਨਾ ਲੱਗੀ। ਬੁੱਢੇ ਆਦਿਕ ਜੇ ਗੁਰ ਕੇ ਸਿੱਖ। ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਹੋਰ ਜਿਹੜੇ ਗੁਰੂ ਕੇ ਸਿੱਖ ਹੋਤ ਭਏ ਇਕੱਠੇ ਸਮੁਦਾਈ। ਉਹ ਹੋ ਰਹੇ ਹਨ ਸਾਰੇ ਹੀ ਇਕੱਠੇ ਇੱਕ ਜਗ੍ਹਾ। ਸ੍ਰੀ ਗੁਰ ਮੂਰਤ ਡੀਠ ਨਾ ਆਵਤ। ਵਿਚਾਰ ਕਰਦੇ ਆ ਕਹਿੰਦੇ ਸ਼੍ਰੋਮਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੂਪ ਦੇਖਣ ਵਿੱਚ ਨਹੀਂ ਆਉਂਦਾ, ਦਰਸ਼ਨ ਨਹੀਂ ਹੁੰਦੇ। ਸੋ ਭਟਕ ਅੰਤ ਹਿਰਦੇ ਮੁਰਝਾਈ। ਕਹਿੰਦੇ ਉਹ ਸਿੱਖ ਨਾ ਭਟਕਦੇ ਹੋਏ ਹਿਰਦੇ ਉਹਨਾਂ ਦੇ ਮੁਰਝਾ ਗਏ। ਕੀਨ ਵਿਚਾਰ ਭਲੋ ਸਭ ਹੂੰ ਮਿਲ। ਸਾਰਿਆਂ ਨੇ ਮਿਲ ਕਰਕੇ ਚੰਗੀ ਤਰ੍ਹਾਂ ਇਸ ਪ੍ਰਕਾਰ ਫਿਰ ਵਿਚਾਰ ਕੀਤੀ। ਆਪ ਗੁਰੂ ਬਹੁ ਬਾਰ ਬਤਾਏ। ਉਹਨਾਂ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲ ਆਪ ਬਹੁਤੀ ਵਾਰ ਸਾਨੂੰ ਆਪ ਦੱਸੀ। ਮੇਰੋ ਸਰੂਪ ਪਿਖੋ ਤਨ ਅੰਗਦ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਸਾਨੂੰ ਆਪ ਦੱਸਿਆ।
ਸਾਡਾ ਸਰੂਪ ਜਿਹੜਾ ਗੁਰੂ ਅੰਗਦ ਦੇ ਮਹਾਰਾਜ ਨੂੰ ਤੁਸੀਂ ਵੇਖਣਾ ਕਰੋ। ਭੇਦ ਨਹੀਂ ਇਕ ਮੇਕ ਬਨਾਏ। ਸਾਡੇ ਵਿੱਚ ਕੋਈ ਭੇਦ ਨਹੀਂ, ਇੱਕ ਮਿਕ ਬਣਾਏ। ਅਸੀਂ ਆਪਣੇ ਸਰੀਰ ਇੱਕ ਮਿਕ ਬਣਾ ਲਏ ਹਨ, ਇੱਕੋ ਜਿਹੇ ਕਰ ਲਏ ਹਨ। ਮੋ ਕਹੋ ਸੇਵਨ ਚਾਹਤ ਜੋ। ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਕਿਹਾ ਕਿ ਜਿਹੜਾ ਮੇਰੀ ਸੇਵਾ ਕਰਨਾ ਚਾਹੁੰਦਾ ਹੈ, ਗੁਰ ਅੰਗਦ ਸੇਵਹੁ ਪ੍ਰੇਮ ਕਰੇ। ਉਹ ਪ੍ਰੇਮ ਕਰਕੇ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਕਰੇ। ਬੁੱਢੇ ਕਹਿਓ ਨਿਜ ਥਾਨ ਸਥਾਪੋ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਵੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਆਪਣੇ ਸਥਾਨ ਦੇ ਉੱਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਥਾਪਿਤ ਕੀਤਾ ਹੈ। ਤਾਹੇ ਸਰੀਰ ਮੈਂ ਆਪ ਬਰੇ। ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਰੀਰ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਆਪ ਪ੍ਰਵੇਸ਼ ਹੋਏ ਹਨ। ਖੋਜੋ ਕੌਣ ਸਥਾਨ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਲੱਭੋ ਮਹਾਰਾਜ ਜੀ ਕਿਸ ਥਾਂ ਦੇ ਉੱਤੇ ਹਨ। ਸੁਨ ਕੈ ਸਿੱਖ ਕੇਤਕ ਗ੍ਰਾਮ ਫਿਰੇ। ਸੁਣ ਕਰਕੇ ਜਿਹੜੇ ਸਿੱਖ ਹੈ ਨਾ, ਕਿੰਨੇ ਹੀ ਨਗਰਾਂ ਦੇ ਵਿੱਚ ਜਾ ਕੇ ਫਿਰੇ ਘੁੰਮੇ। ਪ੍ਰੇਮ ਤੇ ਚੌਂਪ ਬੱਧੀ ਹਿਤ ਹੇਰਤਨ। ਪ੍ਰੇਮ ਕਰਕੇ ਜਿਹੜਾ ਚੌਂਪ ਉਤਸ਼ਾਹ ਹੈ ਨਾ, ਵਧੀ ਭਾਵ ਵੱਧ ਗਿਆ। ਹਿਤ ਹੇਰਨ ਭਾਵ ਵੇਖਣ ਹਿਤ ਵਾਸਤੇ। ਪ੍ਰੇਰਨ ਕੀਨ ਪ੍ਰਮੋਦ ਧਰੇ। ਫਿਰ ਪ੍ਰੇਰਨਾ ਕੀਤੀ ਭਾਵ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਮੋਦ ਬਹੁਤੀ ਵਿਸ਼ੇਸ਼ ਕਰਕੇ, ਖੁਸ਼ੀ ਨੂੰ ਧਾਰਨ ਕਰਕੇ। ਦੋਹਰਾ ਮਿਲ ਕਰ ਸਭਨ ਵਿਚਾਰਿਓ। ਮਿਲ ਕਰਕੇ ਸਾਰਿਆਂ ਨੇ ਵਿਚਾਰਿਆ ਗ੍ਰਾਮ ਖਡੂਰ ਮਝਾਰ। ਕਿ ਪੱਕਾ ਗੁਰੂ ਅੰਗਦ ਦੇ ਮਹਾਰਾਜ ਜੀ ਖਡੂਰ ਸਾਹਿਬ ਨਗਰ ਦੇ ਵਿੱਚ ਹੋਣਗੇ। ਨਿਕਟ ਪਿਰਾਈ ਹੋਏਂਗੇ। ਮਾਤਾ ਭਰਾਈ ਜੀ ਦੇ ਕੋਲ ਹੋਣਗੇ। ਅਪਰ ਨਾ ਸੁਨੀਏ ਸਾਰ। ਹੋਰ ਕਹਿੰਦੇ ਤੁਸੀਂ ਖਬਰ ਨਾ ਸੁਣਨਾ ਕਰੋ, ਇਹੀ ਖਬਰ ਪੱਕੀ ਹੈ। ਸਈਆ ਬੁੱਢੇ ਤੇ ਆਦਿਕ ਜੇ ਸਮੁਦਾਏ। ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਜਿਹੜੇ ਹੋਰ ਸਾਰੇ ਸਿੱਖ ਹਨ, ਗਏ ਸਭ ਸਿੱਖ ਖਡੂਰ ਮਝਾਰੀ। ਗਏ ਹਨ ਸਾਰੇ ਸਿੱਖ ਖਡੂਰ ਸਾਹਿਬ ਦੇ ਮਝਾਰੀ ਵਿੱਚ। ਮਾਈ ਪਿਰਾਈ ਕੇ ਪਾਸ ਮਿਲੇ। ਮਾਤਾ ਭਰਾਈ ਜੀ ਨੂੰ ਜਾ ਕੇ ਮਿਲੇ। ਸਗਰੇ ਕਰ ਜੋਰ ਨਮੋ ਪਗ ਧਾਰੀ। ਸਾਰਿਆਂ ਨੇ ਹੱਥ ਜੋੜ ਕਰਕੇ ਮਾਤਾ ਭਰਾਈ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਭੂਜਨ ਕੀਨ ਕਹਾ ਗੁਰ ਅੰਗਦ। ਮਾਤਾ ਭਰਾਈ ਜੀ ਨੂੰ ਪੁੱਛਿਆ ਕਿੱਥੇ ਹਨ ਗੁਰੂ ਅੰਗਦ ਦੇ ਮਹਾਰਾਜ ਜੀ। ਫੇਰਨ ਕੇ ਹਿਤ ਚਾਹੇ ਹਮਾਰੀ। ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਡੀ ਬਹੁਤੀ ਇੱਛਾ ਹੈ। ਹੋਇ ਸਫਲੋ ਸਭ ਕੋ ਇਤ ਆਵਨ। ਮਾਤਾ ਭਰਾਈ ਜੀ ਸਾਡਾ ਸਾਰਿਆਂ ਦਾ ਇੱਧਰ ਨੂੰ ਆਉਣਾ ਜਿਹੜਾ ਸਫਲ ਹੋ ਜਾਵੇ, ਸਹਿਤ ਫਲ ਦੇ ਹੋ ਜਾਵੇ। ਪਾਵਨ ਪਾਵਨ ਲੇਹ ਨਿਹਾਰੀ। ਜਿਹੜੇ ਪਾਵਨ ਪਵਿੱਤਰ ਗੁਰੂ ਅੰਗਦ ਦੇ ਮਹਾਰਾਜ ਜੀ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਅਸੀਂ ਵੇਖ ਲਈਏ। ਸ਼੍ਰੋਣ ਸੁਨੇ ਸਭ ਕੇ ਬਚਨ। ਕੰਨਾਂ ਦੇ ਵਿੱਚ ਸਾਰਿਆਂ ਦੇ ਬਚਨ ਸੁਣੇ। ਨਹਿ ਬਾਕ ਕਹਿਓ ਤਿਨ ਸੰਗ ਪਿਰਾਈ। ਨਹੀਂ ਬਚਨ ਕਿਹਾ ਮਾਤਾ ਭਰਾਈ ਜੀ ਨੇ ਉਹਨਾਂ ਦੇ ਨਾਲ ਕੋਈ। ਮੌਨ ਕਰੇ ਮੁਖ ਬੈਠ ਰਹੀ। ਚੁੱਪ ਧਾਰਨ ਕਰਕੇ ਮੁਖ ਤੋਂ ਬੈਠੇ ਰਹੇ। ਵਿੱਚ ਭੌਨ ਤੇਰੇ ਸਿੱਖ ਜੇ ਸਮੁਦਾਈ। ਸਾਰੇ ਸਿੱਖ ਜਿੰਨੇ ਵੀ ਘਰ ਦੇ ਵਿੱਚ ਖੜੇ ਹਨ, ਜਾਣ ਗਏ ਮਨ ਮਹਿ ਤਬੈ। ਸਾਰੇ ਮਨ ਮਾਹੇ ਮਨ ਦੇ ਵਿੱਚ ਜਾਣਗੇ ਉਸ ਵੇਲੇ ਇਸ ਗੱਲ ਨੂੰ। ਗੁਰ ਅੰਗਦ ਜੀ ਕਿਤ ਹੈ ਇਸ ਥਾਈ। ਕਿ ਗੁਰੂ ਅੰਗਦ ਦੇ ਮਹਾਰਾਜ ਜੀ ਕਿਤੇ ਨਾ ਕਿਤੇ ਇਸੇ ਜਗ੍ਹਾ ਦੇ ਉੱਤੇ ਹਨ। ਫੇਰ ਕਰੀ ਬਿਨਤੀ ਕਰ ਜੋਰ ਕੈ। ਫੇਰ ਮਾਤਾ ਭਰਾਈ ਜੀ ਨੂੰ ਹੱਥ ਜੋੜ ਕਰਕੇ ਬੇਨਤੀ ਕੀਤੀ ਸਾਰਿਆਂ ਸਿੱਖਾਂ ਨੇ। ਮਾਈ ਜੀ ਸ੍ਰੀ ਗੁਰਦੇਵ ਬਤਾਈ। ਕਹਿੰਦੇ ਹੇ ਮਾਤਾ ਭਰਾਈ ਜੀ, ਕਿਰਪਾ ਕਰਕੇ ਸ਼੍ਰੋਮਣੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਬਾਰੇ ਸਾਨੂੰ ਦੱਸ ਦਿਓ। ਬੈਨ ਕਹਿਓ ਨਹਿ ਭੈ ਕਰਕੈ। ਬੈਨ ਕਹਿਓ ਨਹਿ ਭੈ ਕਰਕੇ। ਮਾਤਾ ਭਰਾਈ ਜੀ ਨੇ ਡਰ ਧਾਰਨ ਕਰਕੇ ਨਾ ਕਿਸੇ ਦੇ ਨਾਲ ਬਚਨ ਨਹੀਂ ਕਹੇ
ਕਿ ਸਾਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਨਾ ਦਿੱਤੀ ਹੈ ਦੱਸਣ ਤੋਂ। ਸਭ ਹੂੰ ਮਿਲ ਬਾਤ ਵਿਚਾਰਨ ਠਾਨੀ। ਸਾਰਿਆਂ ਨੇ ਮਿਲ ਕਰਕੇ ਫਿਰ ਇਸ ਗੱਲ ਦੀ ਵਿਚਾਰ ਕਰ ਲਈ। ਸ੍ਰੀ ਗੁਰੂ ਅੰਗਦ ਕੀ ਕਿ ਬਰਜੀ। ਮਾਤਾ ਭਰਾਈ ਜੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਵਰਜੇ ਹੋਏ ਹਨ, ਭਾਵ ਇਹਨਾਂ ਨੂੰ ਨਾ ਦਿੱਤੀ ਹੋਣੀ ਹੈ ਮਹਾਰਾਜ ਜੀ ਨੇ ਆਪਣੇ ਬਾਰੇ ਦੱਸਣ ਦਾ। ਮਰਜੀ ਬਿਨ ਕਿਉ ਸੋ ਬਤਾਏ ਨਿਸ਼ਾਨੀ। ਫਿਰ ਸਿੱਖਾਂ ਨੇ ਵਿਚਾਰ ਕੀਤੀ ਕਿ ਮਹਾਰਾਜ ਦੀ ਮਰਜ਼ੀ ਤੋਂ ਬਗੈਰ ਮਾਤਾ ਭਰਾਈ ਜੀ ਮਹਾਰਾਜ ਜੀ ਦੀ ਨਿਸ਼ਾਨੀ ਵੀ ਕਿਸ ਤਰ੍ਹਾਂ ਦੱਸ ਸਕਦੇ ਹਨ। ਬੁੱਢੇ ਨਿਹਾਰਨ ਕੀਨ ਇਤੈ ਉਤ। ਉਦੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਘਰ ਦੇ ਵਿੱਚ ਇੱਧਰ ਉੱਧਰ ਵੇਖਣਾ ਕੀਤਾ ਘੁੰਮ ਕੇ। ਕੋਠੜੀ ਦੇਖ ਚਹੁ ਦਿਸ਼ ਜਾਨੀ। ਇੱਕ ਕੋਠੜੀ ਬਾਬਾ ਬੁੱਢਾ ਸਾਹਿਬ ਜੀ ਨੇ ਚੌਹਾਂ ਦਿਸ਼ਾਵਾਂ ਤੋਂ ਵੇਖ ਕਰਕੇ ਇਹ ਗੱਲ ਜਾਣ ਲਈ। ਬੰਦ ਇਹੀ ਦਰ ਜਾਣਿਓ ਪਰੈ। ਬਾਬਾ ਬੁੱਢਾ ਸਾਹਿਬ ਜੀ ਵੇਖਦੇ ਐ ਕਿ ਇਸ ਕੋਠੜੀ ਦਾ ਜਿਹੜਾ ਦਰਵਾਜ਼ਾ ਨਹੀਂ ਹੈ ਕਿਤੇ ਚਾਰੇ ਪਾਸੇ ਲੱਗਦਾ, ਇੱਥੇ ਹੀ ਹਨ ਮਹਾਰਾਜ ਜੀ। ਗੁਰ ਹੋਏ ਤੋ ਹੋਏ ਤੇਰੇ ਇਸ ਥਾਨੀ। ਜੇ ਮਹਾਰਾਜ ਜੀ ਹੋਏ ਤਾਂ ਇਸੇ ਜਗ੍ਹਾ ਦੇ ਉੱਤੇ ਟਿਕੇ ਹੋਣੇ ਐ। ਫੇਰ ਮਿਲੇ ਸਭ ਸੋ ਨਿਰਣੇ ਕਰ। ਫੇਰ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਦੇ ਨਾਲ ਇਹ ਨਿਰਣਾ ਕਰਨ ਵਾਸਤੇ ਮਿਲੇ। ਐ ਨਿਸਚੇ ਇਸ ਕੋਠੜੀ ਮਾਹੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ, ਇਹ ਪੱਕਾ ਨਿਰਣਾ ਆ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਇਸੇ ਕੋਠੜੀ ਦੇ ਵਿੱਚ ਹੋਣੇ ਐ। ਬੰਧਨ ਠਾਨ ਭਨੀ ਬਿਨਤੀ। ਨਮਸਕਾਰ ਕਰਕੇ ਭਨੀ ਬੇਨਤੀ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਕੋਠੜੀ ਦੇ ਅੱਗੇ ਖੜ ਕੇ। ਮਮ ਨਾਮ ਬੁੱਢਾ ਲਖ ਆਇਓ ਇਹਾਹੀ। ਉੱਚੀ ਬੋਲ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਕੋਠੜੀ ਦੇ ਬਾਹਰ ਖੜ ਕੇ ਬੇਨਤੀ ਕੀਤੀ। ਕਹਿੰਦੇ ਹੇ ਗੁਰੂ ਮਹਾਰਾਜ ਜੀ, ਮੇਰਾ ਨਾਮ ਬੁੱਢਾ ਹੈ, ਮੈਨੂੰ ਇੱਥੇ ਆਇਆ ਜਾਣੋ। ਸ੍ਰੀ ਗੁਰੂ ਨਾਨਕ ਦੀਨ ਮੁਝੈ ਬਰ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਨਾਲੇ ਕਿਹਾ, ਕਹਿੰਦੇ ਹੇ ਗੁਰੂ ਅੰਗਦ ਦੇ ਮਹਾਰਾਜ, ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੇਰੇ ਤਾਂ ਇਹ ਵਰ ਦਿੱਤਾ ਹੈ। ਮੈਂ ਜਿਹੇ ਹੋਵੋ ਪਛਾਨੈ ਤਹਾਹੀ। ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਰ ਦਿੱਤਾ ਆ ਮੈਨੂੰ ਕਿ ਮੈਂ ਜਿੱਥੇ ਹੋਵਾਂਗਾ ਨਾ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਉੱਥੇ ਸਾਨੂੰ ਪਛਾਣ ਲਵੋਗੇ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕੋਠੜੀ ਦੇ ਬਾਹਰ ਖੜ ਕੇ ਉੱਚੀ ਬੋਲ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸੁਣਾਏ ਕਿ ਗੁਰੂ ਅੰਗਦ ਦੇ ਮਹਾਰਾਜ, ਸਾਡੇ ਤਾਈਂ ਮੇਰੇ ਤਾਈਂ ਮਹਾਰਾਜ ਦਾ ਬਾਰੇ ਹੈ ਕਿ ਅਸੀਂ ਜਿੱਥੇ ਹੋਵਾਂਗੇ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਪਛਾਣ ਲਵੋਗੇ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਕਹੇ, ਸੰਗਤ ਮੇਰੀ ਸਦੀਵ ਕਰੋ। ਫਿਰ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਕਿਹਾ ਹੈ, ਇਹ ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਹੈ ਕਿ ਮਹਾਰਾਜ ਨੇ ਕਿਹਾ ਕਿ ਸਾਡੀ ਜਿਹੜੀ ਸੰਗਤ ਤੁਸੀਂ ਸਦਾ ਕਰਿਓ। ਜੇਈ ਰੂਪ ਧਰੋ ਗੁਪਤੈ ਤੁਵ ਨਾਹੀ। ਅਸੀਂ ਜਿਹੜਾ ਵੀ ਸਰੂਪ ਧਾਰਨ ਕਰਾਂਗੇ ਹੇ ਬਾਬਾ ਬੁੱਢਾ ਸਾਹਿਬ ਤੇ ਤੋਂ ਓਲੇ ਨਹੀਂ, ਤੇਰੇ ਕੋਲੋਂ ਅਸੀਂ ਗੁਪਤ ਨਹੀਂ ਰਵਾਂਗੇ, ਪ੍ਰਗਟ ਰਵਾਂਗੇ ਸਾਰਿਆਂ ਸਰੂਪਾਂ ਵਿੱਚ। ਆਪ ਅਲੋਪ ਭਏ ਜਬ ਤੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਹੇ ਮਹਾਰਾਜ, ਜਦੋਂ ਤੋਂ ਆਪ ਜੀ ਗੁਪਤ ਹੋਏ ਹੋ ਤਬ ਤੇ ਬਹੁ ਵਿਆਕੁਲ ਦੇਖੇ ਬਿਨਾ। ਤਦੋਂ ਤੋਂ ਜਿਹੜੇ ਸਿੱਖ ਹੈ ਜਾਂ ਅਸੀਂ ਤੁਹਾਨੂੰ ਦੇਖਣ ਤੋਂ ਬਗੈਰ, ਦਰਸ਼ਨ ਕਰਨ ਤੋਂ ਬਗੈਰ ਬੜੇ ਉਦਾਸ ਹਾਂ। ਆਨ ਭਏ ਤੁਮ ਗੋਪ ਇਹਾਂ। ਤੁਸੀਂ ਮਹਾਰਾਜ ਜੀ ਇੱਥੇ ਆ ਕੇ ਗੁਪਤ ਹੋ ਗਏ ਹੋ। ਕਿਤ ਸੰਗਤ ਜਾਏ ਅਧੀਰ ਮਨਾ। ਫਿਰ ਜਿਹੜੀ ਧੀਰਜ ਤੋਂ ਰਹਿਤ ਹੈ ਸੰਗਤ ਮਨ ਦੇ ਵਿੱਚ, ਇਹ ਕਿੱਥੇ ਜਾਵੇ ਹੁਣ। ਖੋਜ ਫਿਰੇ ਬਹੁ ਚਿੰਤ ਕਰੈ। ਸਿੱਖ ਬਹੁਤਾ ਤੁਹਾਨੂੰ ਲੱਭ ਰਹੇ ਹਨ ਤੇ ਚਿੰਤਾ ਕਰਦੇ ਐ। ਦੇਖਤ ਭੇ ਕਿਸ ਥਾਨ ਜਨਾ। ਆਪ ਜੀ ਦੇ ਸੇਵਕਾਂ
ਸੰਤਾਂ ਨੇ ਆਪ ਜੀ ਨੂੰ ਕਿਸੇ ਜਗ੍ਹਾ ਤੇ ਨਹੀਂ ਵੇਖਿਆ। ਆਵਹੋ ਬਾਹਰ ਰੂਪ ਦਿਖਾਵਹੋ। ਹੁਣ ਬਾਹਰ ਆ ਕੇ ਆਪਣਾ ਸਰੂਪ ਦਿਖਾਓ। ਸੇਵਹਿ ਸਿੱਖ ਆਨੰਦ ਘਨਾ। ਤੁਹਾਨੂੰ ਜਿਹੜੇ ਸਿੱਖ ਹੈ ਸੇਵਨਾ ਕਰਨ, ਸੇਵਾ ਕਰਨ ਤੇ ਬਹੁਤਾ ਆਨੰਦ ਲੈਣ। ਜੋ ਕਹਿ ਬੁੱਢੇ ਨੇ ਆਪਣੇ ਹਾਥ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਇਵੇਂ ਕਹਿ ਕਰਕੇ ਆਪਣੇ ਹੱਥਾਂ ਦੇ ਨਾਲ ਉਖਾਰ ਚਿਨਿਓ ਦਰ ਖੋਲਨ ਕੀਨਾ। ਜਿਹੜਾ ਚਿਣਿਆ ਹੋਇਆ ਦਰਵਾਜ਼ਾ ਆ ਉਸ ਵੇਲੇ ਖੋਲ ਦਿੱਤਾ ਉਖਾੜ ਕਰਕੇ। ਬੈਠੇ ਸਮਾਧ ਅਗਾਧ ਕਰੇ। ਅੰਦਰ ਗੁਰੂ ਅੰਗਦ ਦੇਵ ਮਹਾਰਾਜ ਜੀ ਡੂੰਘੀ ਸਮਾਧੀ ਲਾ ਕਰਕੇ ਬੈਠੇ ਹਨ। ਕਵਲਾਸ ਕੇ ਉਪਰ ਸ਼ੰਭੂ ਅਸੀਨਾ। ਜਿਵੇਂ ਮੰਨ ਲਓ ਕੈਲਾਸ਼ ਪਰਬਤ ਦੇ ਉੱਤੇ ਸ਼ਿਵ ਜੀ ਸਮਾਧੀ ਲਾ ਕਰਕੇ ਬਹਿੰਦਾ ਹੈ। 88 ਹਜ਼ਾਰ ਵਰੇ ਦੀ ਸਮਾਧੀ ਸ਼ਿਵ ਜੀ ਲਾਉਂਦਾ ਆ ਸਾਧ ਸੰਗਤ ਜੀ। ਕਵੀ ਜੀ ਦ੍ਰਿਸ਼ਟਾਂਤ ਦਿੰਦੇ ਜਿਵੇਂ ਸ਼ਿਵ ਜੀ ਸਮਾਧੀ ਲਾ ਕਰਕੇ ਬੈਠਾ ਐਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਸਜੇ ਹਨ। ਸ਼ਾਂਤ ਬਿਰਤੀ ਸਮੁਦਾਇ ਰਖੀਕ। ਸ਼ਾਂਤੀ ਬਿਰਤੀ ਹੈ ਤੇ ਸਾਰੀਆਂ ਇੰਦਰੀਆਂ ਵੀ ਸ਼ਾਂਤੀ ਦੇ ਵਿੱਚ ਰੱਖੀਆਂ ਹਨ। ਅਚੰਚਲ ਹੈ ਇੱਕ ਰੂਪ ਬੇਲੀਨਾ। ਫਿਰ ਅਚੰਚਲ ਹੈ ਜਿਹੜੀਆਂ ਇੰਦਰੀਆਂ ਚੰਚਲਤਾ ਤੋਂ ਰਹਿਤ ਹਨ ਉਹ ਵੀ ਮਹਾਰਾਜ ਜੀ ਨੇ ਟਿਕਾ ਕਰਕੇ ਰੱਖੀਆਂ। ਇੱਕ ਰੂਪ ਬਲੀਨਾ ਜਿਹੜਾ ਇੱਕ ਸਰੂਪ ਹੈ ਨਾਸ਼ ਤੋਂ ਰਹਿਤ ਉਹਦੇ ਵਿੱਚ ਟਿਕਾ ਕੇ। ਫੇਰ ਸਭੈ ਕਰ ਜੋਰ ਖਰੇ। ਵੇਖ ਕਰਕੇ ਸਾਰੇ ਸਿੱਖ ਹੱਥ ਜੋੜ ਕਰਕੇ ਖੜ ਗਏ। ਅਬ ਬੰਧਨ ਠਾਨ ਹੈ ਹੋਏ ਪ੍ਰਸੀਨਾ। ਅਬ ਬੰਧਨ ਭਾਵ ਨਮਸਕਾਰ ਕਰਦੇ ਐ ਬਹੁਤੇ ਪ੍ਰਸੰਨ ਹੋ ਕਰਕੇ। ਸੋ ਸਾਧ ਸੰਗਤ ਜੀ ਇਹ ਬਾਬਾ ਬੁੱਢਾ ਸਾਹਿਬ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਹੁਣ ਅੱਗੇ ਬੇਨਤੀ ਕਰਨਗੇ ਕਿ ਮਹਾਰਾਜ ਕਿਰਪਾ ਕਰੋ ਸਮਾਧੀ ਦੇ ਵਿੱਚੋਂ ਨਿਕਲ ਕਰਕੇ ਸਿੱਖਾਂ ਨੂੰ ਦਰਸ਼ਨ ਦਿਓ। ਇਹ ਪ੍ਰਸੰਗ ਆਪਾਂ ਹੁਣ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਇਹ ਇਤਿਹਾਸ ਦਾ ਅੱਖਰ ਅੱਖਰ ਸਾਡੇ ਹਿਰਦੇ ਵਿੱਚ ਵਸਾਉਣ। ਮਹਾਰਾਜ ਪ੍ਰੇਮ ਦੀਆਂ ਦਾਤਾਂ ਦੇਣ, ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਭੁੱਲਾਂ ਗਲਤੀਆਂ ਦੀ ਸਾਧ ਸੰਗਤ ਜੀ ਖਿਮਾ ਬਖਸ਼ਣੀ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਬੇਨਤੀ ਕਰਕੇ ਮਹਾਰਾਜ ਨੂੰ ਹੁਣ ਤਖਤ ਦੇ ਉੱਤੇ ਸਜਾਉਣਗੇ ਉਹ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸ਼ਾਂਤ ਬਿਰਤੀ ਸਮੁਦਾਇ ਰਖੀਕ। ਅਚੰਚਲ ਹੈ ਇੱਕ ਰੂਪ ਬੇਲੀਨਾ। ਹੇਰ ਸਭੈ ਕਰ ਜੋਰ ਖਰੇ। ਅਬ ਬੰਧਨ ਠਾਨ ਹੈ ਹੋਏ ਪ੍ਰਸੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ